ਪੁਰਾਣੇ ਸਮੇਂ ਵਿੱਚ ਇੱਕ ਬਹੁਤ ਗਰੀਬ ਬ੍ਰਾਹਮਣ ਸੀ। ਉਸਦੀ ਕੋਈ ਸੰਤਾਨ ਨਹੀਂ ਸੀ। ਉਸਦੀ ਇਸਤਰੀ ਬਹੁਤ ਗੰਦੀ ਬਣੀ ਰਹਿੰਦੀ ਸੀ। ਉਹ ਨਾ ਤਾਂ ਹਰ ਰੋਜ਼ ਨਹਾਉਂਦੀ, ਨਾ ਕਿਸੇ ਦੇਵਤਾ ਦਾ ਪੂਜਨ ਕਰਦੀ ਅਤੇ ਨਾ ਕੋਈ ਵਰਤ ਰੱਖਦੀ। ਸਵੇਰੇ ਉੱਠਦੇ ਹੀ ਭੋਜਨ ਕਰਦੀ, ਫਿਰ ਕੋਈ ਕੰਮ ਕਰਦੀ। ਇਸ ਕਾਰਨ ਬ੍ਰਾਹਮਣ ਦੇਵਤਾ ਬਹੁਤ ਦੁਖੀ ਸੀ। ਉਹ ਉਸਨੂੰ ਬਹੁਤ ਸਮਝਾਉਂਦੇ, ਪਰ ਉਸਦਾ ਕੋਈ ਨਤੀਜਾ ਨਾ ਨਿਕਲਦਾ। ਭਗਵਾਨ ਦੀ ਕਿਰਪਾ ਨਾਲ ਬ੍ਰਾਹਮਣ ਦੀ ਇਸਤਰੀ ਦੇ ਕੰਨਿਆ ਪੈਦਾ ਹੋਈ। ਉਹ ਕੰਨਿਆ ਆਪਣੇ ਪਿਤਾ ਦੇ ਘਰ ਵਿੱਚ ਵੱਡੀ ਹੋਣ ਲੱਗੀ। ਉਹ ਕੰਨਿਆ ਸਵੇਰੇ ਇਸ਼ਨਾਨ ਕਰਕੇ ਵਿਸ਼ਨੂੰ ਭਗਵਾਨ ਦਾ ਜਾਪ ਕਰਨ ਲੱਗੀ ਅਤੇ ਵੀਰਵਾਰ ਨੂੰ ਵਰਤ ਵੀ ਰੱਖਣ ਲੱਗੀ। ਪੂਜਾ ਪਾਠ ਨੂੰ ਸਮਾਪਤ ਕਰਕੇ ਸਕੂਲ ਜਾਂਦੀ ਤਾਂ ਆਪਣੀ ਮੁੱਠੀ ਵਿੱਚ ਜੌਂ ਭਰ ਕੇ ਲੈ ਜਾਂਦੀ ਅਤੇ ਪਾਠਸ਼ਾਲਾ ਦੇ ਰਸਤੇ ਵਿੱਚ ਖਿਲਾਰਦੀ ਜਾਂਦੀ। ਵਾਪਿਸ ਆਉਂਦੇ ਹੋਏ ਇਹ ਜੌਂ ਸੋਨੇ ਦੇ ਹੋ ਜਾਂਦੇ ਤਾਂ ਉਹ ਚੁੱਕ ਕੇ ਘਰ ਲੈ ਆਉਂਦੀ। ਇੱਕ ਦਿਨ ਉਹ ਕੰਨਿਆ ਛੱਜ ਨਾਲ ਸੋਨੇ ਦੇ ਜੌਂ ਛੱਟ ਰਹੀ ਸੀ ਤਾਂ ਉਸਦੇ ਪਿਤਾ ਨੇ ਵੇਖ ਕੇ ਕਿਹਾ, ਇਹ ਬੇਟੀ, ਸੋਨੇ ਦੇ ਜੌਂ ਨੂੰ ਛੱਟਣ ਲਈ ਛੱਜ ਵੀ ਸੋਨੇ ਦਾ ਹੋਣਾ ਚਾਹੀਦਾ ਹੈ। ਦੂਜੇ ਦਿਨ ਵੀਰਵਾਰ ਸੀ। ਇਸ ਕੰਨਿਆ ਨੇ ਵਰਤ ਰੱਖਿਆ ਅਤੇ ਗੁਰੂਦੇਵ ਨੂੰ ਪ੍ਰਾਰਥਨਾ ਕੀਤੀ ਕਿ ਜੇਕਰ ਮੈਂ ਤੁਹਾਡਾ ਸੱਚੇ ਦਿਲ ਨਾਲ ਪੂਜਨ ਕੀਤਾ ਹੈ ਤਾਂ ਮੈਨੂੰ ਸੋਨੇ ਦਾ ਛੱਜ ਦਿਓ। ਬ੍ਰਹਸਪਤੀ ਦੇਵ ਨੇ ਉਸਦੀ ਪ੍ਰਾਰਥਨਾ ਸਵੀਕਾਰ ਕਰ ਲਈ। ਹਰ ਰੋਜ਼ ਦੀ ਤਰ੍ਹਾਂ ਉਹ ਕੰਨਿਆ ਜੌਂ ਖਲੇਰਦੀ ਹੋਈ ਗਈ। ਫਿਰ ਜਦੋਂ ਵਾਪਸ ਆ ਕੇ ਜੌਂ ਚੁੱਕ ਰਹੀ ਸੀ ਤਾਂ ਉਸਨੂੰ ਸੋਨੇ ਦਾ ਛੱਜ ਮਿਲਿਆ ਅਤੇ ਉਹ ਉਸ ਛੱਜ ਨੂੰ ਘਰ ਲੈ ਆਈ। ਇੱਕ ਦਿਨ ਦੀ ਗੱਲ ਹੈ ਕਿ ਉਹ ਕੰਨਿਆ ਸੋਨੇ ਦੇ ਛੱਜ ਨਾਲ ਸੋਨੇ ਦੇ ਜੌਂ ਸਾਫ਼ ਕਰ ਰਹੀ ਸੀ ਤਾਂ ਉਸ ਦੇਸ਼ ਦਾ ਰਾਜਕੁਮਾਰ ਉਸ ਥਾਂ ਤੇ ਆ ਗਿਆ। ਜਦੋਂ ਉਸਨੇ ਕੰਨਿਆ ਦੇ ਰੂਪ ਅਤੇ ਉਸਦੇ ਕੰਮ ਨੂੰ ਵੇਖਿਆ ਤਾਂ ਉਸ ਉੱਤੇ ਮੋਹਿਤ ਹੋ ਗਿਆ। ਆਪਣੇ ਘਰ ਆ ਕੇ ਰਾਜਕੁਮਾਰ ਨੇ ਖਾਣਾ ਪੀਣਾ ਸਭ ਕੁਝ ਛੱਡ ਦਿੱਤਾ ਅਤੇ ਪਲੰਘ ਉੱਤੇ ਲੇਟ ਗਿਆ। ਰਾਜਾ ਨੂੰ ਜਦੋਂ ਇਹ ਸਮਾਚਾਰ ਮਿਲਿਆ ਤਾਂ ਉਹ ਆਪਣੇ ਪ੍ਰਧਾਨ ਮੰਤਰੀ ਨਾਲ ਉੱਥੇ ਆਇਆ ਅਤੇ ਰਾਜਕੁਮਾਰ ਨੂੰ ਉਸਦੇ ਦੁੱਖ ਦਾ ਕਾਰਨ ਪੁੱਛਿਆ। ਰਾਜਕੁਮਾਰ ਨੇ ਕਿਹਾ, ਪਿਤਾ ਜੀ, ਮੈਨੂੰ ਹੋਰ ਤਾਂ ਕੋਈ ਦੁੱਖ ਨਹੀਂ ਹੈ, ਪਰ ਮੈਂ ਅਜਿਹੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਜਿਹੜੀ ਸੋਨੇ ਦੇ ਜੌਂ ਸੋਨੇ ਦੇ ਛੱਜ ਵਿੱਚ ਸਾਫ਼ ਕਰਦੀ ਹੋਵੇ। ਰਾਜਾ ਕਹਿਣ ਲੱਗਾ ਕਿ ਹੇ ਪੁੱਤਰ, ਇਸ ਤਰ੍ਹਾਂ ਦੀ ਕੰਨਿਆ ਦਾ ਪਤਾ ਤੂੰ ਹੀ ਲਗਾ, ਮੈਂ ਉਸ ਦੇ ਨਾਲ ਜ਼ਰੂਰ ਤੇਰਾ ਵਿਆਹ ਕਰ ਦੇਵਾਂਗਾ। ਰਾਜਕੁਮਾਰ ਨੇ ਉਸ ਲੜਕੀ ਦੇ ਘਰ ਦਾ ਪਤਾ ਦੱਸਿਆ ਤਾਂ ਮੰਤਰੀ ਉਸ ਲੜਕੀ ਦੇ ਘਰ ਗਏ ਅਤੇ ਬ੍ਰਾਹਮਣ ਦੇਵਤਾ ਨੂੰ ਸਾਰਾ ਹਾਲ ਦੱਸਿਆ। ਬ੍ਰਾਹਮਣ ਦੇਵਤਾ ਰਾਜਕੁਮਾਰ ਦੇ ਨਾਲ ਆਪਣੀ ਕੰਨਿਆ ਦਾ ਵਿਆਹ ਕਰਨ ਲਈ ਤਿਆਰ ਹੋ ਗਿਆ ਅਤੇ ਵਿਧੀ ਵਿਧਾਨਾਂ ਦੇ ਅਨੁਸਾਰ ਬ੍ਰਾਹਮਣ ਦੀ ਕੰਨਿਆ ਦਾ ਵਿਆਹ ਰਾਜਕੁਮਾਰ ਦੇ ਨਾਲ ਹੋ ਗਿਆ। ਕੰਨਿਆ ਦਾ ਵਿਆਹ ਹੋ ਜਾਣ ਤੋਂ ਪਹਿਲਾਂ ਦੀ ਤਰ੍ਹਾਂ ਉਸ ਬ੍ਰਾਹਮਣ ਦੇ ਦੇਵਤਾ ਦੇ ਘਰ ਵਿੱਚ ਫਿਰ ਗਰੀਬੀ ਆ ਗਈ। ਹੁਣ ਭੋਜਨ ਦੇ ਲਈ ਵੀ ਅੰਨ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਇੱਕ ਦਿਨ ਬ੍ਰਾਹਮਣ ਆਪਣੀ ਪੁੱਤਰੀ ਦੇ ਘਰ ਕੁਝ ਸਹਾਇਤਾ ਲੈਣ ਲਈ ਗਿਆ। ਉਸ ਕੰਨਿਆ ਨੇ ਜਦੋਂ ਆਪਣੇ ਪਿਤਾ ਦੀ ਗਰੀਬੀ ਦਾ ਹਾਲ ਸੁਣਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਬਹੁਤ ਸਾਰਾ ਧਨ ਦੇ ਕੇ ਵਿਦਾ ਕੀਤਾ। ਇਸ ਧਨ ਦੇ ਨਾਲ ਉਸ ਬ੍ਰਾਹਮਣ ਦੇ ਕੁਝ ਦਿਨ ਚੰਗੇ ਬੀਤੇ, ਪਰੰਤੂ ਬਾਅਦ ਵਿੱਚ ਫਿਰ ਉਹੀ ਦਸ਼ਾ ਹੋ ਗਈ। ਬ੍ਰਾਹਮਣ ਫਿਰ ਆਪਣੀ ਕੰਨਿਆ ਦੇ ਕੋਲ ਗਿਆ ਅਤੇ ਸਾਰਾ ਹਾਲ ਕਿਹਾ ਤਾਂ ਲੜਕੀ ਬੋਲੀ ਕਿ ਹੇ ਪਿਤਾ ਜੀ, ਤੁਸੀਂ ਮਾਤਾ ਜੀ ਨੂੰ ਇੱਥੇ ਲੈ ਆਓ, ਮੈਂ ਉਹਨਾਂ ਨੂੰ ਵਿਧੀ ਦੱਸ ਦੇਵਾਂਗੀ ਜਿਸ ਦੇ ਨਾਲ ਗਰੀਬੀ ਦੂਰ ਹੋ ਜਾਵੇਗੀ। ਉਹ ਬ੍ਰਾਹਮਣ ਦੇਵਤਾ ਆਪਣੀ ਇਸਤਰੀ ਨੂੰ ਲੈ ਕੇ ਆਪਣੀ ਕੰਨਿਆ ਦੇ ਕੋਲ ਪੁੱਜ ਗਏ ਤਾਂ ਪੁੱਤਰੀ ਆਪਣੀ ਮਾਂ ਨੂੰ ਸਮਝਾਉਣ ਲੱਗੀ, ਹੇ ਮਾਂ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਵਿਸ਼ਨੂੰ ਭਗਵਾਨ ਦਾ ਪੂਜਨ ਕਰਿਆ ਕਰੋ ਤਾਂ ਸਾਰੀ ਗਰੀਬੀ ਦੂਰ ਹੋ ਜਾਵੇਗੀ। ਪਰੰਤੂ ਉਸਦੀ ਮਾਤਾ ਨੇ ਇੱਕ ਗੱਲ ਵੀ ਨਹੀਂ ਮੰਨੀ। ਉਹ ਸਵੇਰੇ ਉੱਠ ਕੇ ਆਪਣੀ ਪੁੱਤਰੀ ਦੇ ਬੱਚਿਆਂ ਦੀ ਜੂਠ ਖਾ ਲੈਂਦੀ। ਜਦੋਂ ਉਸਦੀ ਪੁੱਤਰੀ ਭੋਜਨ ਕਰਨ ਦੇ ਲਈ ਕਹਿੰਦੀ ਤਾਂ ਉਹ ਕਹਿ ਦਿੰਦੀ ਕਿ ਮੈਂ ਤਾਂ ਭੋਜਨ ਕਰ ਚੁੱਕੀ ਹਾਂ। ਇੱਕ ਦਿਨ ਉਸਦੀ ਪੁੱਤਰੀ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਇੱਕ ਕੋਠੜੀ ਦਾ ਸਾਰਾ ਸਮਾਨ ਬਾਹਰ ਕੱਢ ਦਿੱਤਾ ਅਤੇ ਆਪਣੀ ਮਾਂ ਨੂੰ ਉਸ ਵਿੱਚ ਬੰਦ ਕਰ ਦਿੱਤਾ। ਸਵੇਰੇ ਉਸਨੂੰ ਬਾਹਰ ਕੱਢਿਆ ਤੇ ਇਸ਼ਨਾਨ ਕਰਵਾ ਕੇ ਪਾਠ ਕਰਾਇਆ ਤਾਂ ਉਸਦੀ ਬੁੱਧੀ ਠੀਕ ਹੋ ਗਈ ਅਤੇ ਫਿਰ ਉਹ ਹਰ ਵੀਰਵਾਰ ਨੂੰ ਵਰਤ ਰੱਖਣ ਲੱਗੀ। ਇਸ ਵਰਤ ਦੇ ਪ੍ਰਭਾਵ ਨਾਲ ਉਸਦੀ ਮਾਂ ਵੀ ਬਹੁਤ ਹੀ ਧਨਵਾਨ ਅਤੇ ਪੁੱਤਰਵਤੀ ਹੋ ਗਈ। ਜੀਵਨ ਭਰ ਸੁੱਖ ਭੋਗ ਕੇ ਅੰਤ ਸਮੇਂ ਵਿੱਚ ਉਹ ਬ੍ਰਾਹਮਣੀ ਸਵਰਗ ਨੂੰ ਗਈ ਅਤੇ ਬ੍ਰਾਹਮਣ ਵੀ ਸੁਖਪੂਰਵਕ ਇਸ ਸੰਸਾਰ ਦੇ ਸੁੱਖ ਭੋਗ ਕੇ ਸਵਰਗ ਧਾਮ ਨੂੰ ਗਿਆ।